ਹੈਲੋ एवरीवन ਵੈਲਕਮ ਯੂ ਆਲ ਔਨ ਮਿਹਨਤੀ ਬੱਚੇ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਕਨੋਮਿਕਸ ਦੇ ਕੁਝ ਹੋਰ ਇੰਪੋਰਟੈਂਟ ਕਨਸੈਪਟਸ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾ ਕਨਸੈਪਟ ਆਪਣੇ ਕੋਲ ਹੈ ਬੈਲੈਂਸ ਆਫ ਪੇਮੈਂਟ। ਦੇਖੋ ਜਿਹੜਾ ਬੈਲੈਂਸ ਆਫ ਪੇਮੈਂਟ ਹੁੰਦਾ ਹੈ ਇਹਦਾ ਮਤਲਬ ਕੀ ਹੈ। ਸੋ ਇਹ ਇੱਕ ਸਿਸਟਮੈਟਿਕ ਰਿਕਾਰਡ ਹੈ ਸਾਰੀ ਫਾਈਨੈਂਸ਼ੀਅਲ ਤੇ ਇਕਨੋਮਿਕ ਟ੍ਰਾਂਜੈਕਸ਼ਨਸ ਦਾ ਜੋ ਕਿ ਇੱਕ ਕੰਟਰੀ ਦੇ ਰੈਜ਼ੀਡੈਂਟਸ ਦੁਆਰਾ ਕੀਤੀਆਂ ਜਾਂਦੀਆਂ ਨੇ ਪੂਰੇ ਵਰਲਡ ਦੇ ਨਾਲ। ਠੀਕ ਹੈ, ਸੋ ਇਹਨੂੰ ਆਪਾਂ ਇਹ ਵੀ ਬੋਲ ਸਕਦੇ ਹਾਂ ਕਿ ਸਮਰੀ ਹੈ ਸਾਰੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਜੋ ਕਿ ਇੰਡੀਵਿਜੂਅਲ ਕਾਰਪੋਰੇਟ ਫਰਮ ਤੇ ਗਵਰਨਮੈਂਟ ਹੈ ਜਿਹੜੇ ਉਹ ਜਿੰਨੀਆਂ ਵੀ ਉਹਨਾਂ ਨੇ ਟ੍ਰਾਂਜੈਕਸ਼ਨਸ ਕੀਤੀਆਂ ਹੁੰਦੀਆਂ ਉਹਦਾ ਇਹ ਓਵਰਆਲ ਕੀ ਹੈ ਸਮਰੀ। ਠੀਕ ਹੈ, ਇਹਦੇ ਵਿੱਚ ਐਕਸਟਰਨਲ ਵਿਜ਼ੀਬਲ ਤੇ ਨॉन ਵਿਜ਼ੀਬਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਕੰਟਰੀ ਦੀਆਂ ਇਨਕਲੂਡ ਹੁੰਦੀਆਂ ਨੇ। BOP ਹੈ ਜਿਹੜਾ ਕੰਟਰੀ ਦਾ ਉਹ ਆਪਾਂ ਨੂੰ ਕੀ ਦੱਸਦਾ ਹੈ ਕਿ ਕੰਟਰੀ ਜਿਹੜੀ ਹੈ ਉਹਦੇ ਵਿੱਚ ਕਿੰਨੀ ਸ਼ਮਤਾ ਹੈ ਕਿ ਉਹ ਇੰਪੋਰਟਸ ਦੇ ਲਈ ਪੇ ਕਰ ਸਕਦੀ ਹੈ। ਇੰਪੋਰਟ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਪਣੀ ਕੰਟਰੀ ਦੇ ਵਿੱਚ ਕਿਸੇ ਦੂਸਰੀ ਕੰਟਰੀ ਤੋਂ ਸਮਾਨ ਮੰਗਵਾਉਂਦੇ ਆ, ਜਦੋਂ ਆਪਾਂ ਉੱਥੇ ਭੇਜਦੇ ਉਹਨੂੰ ਬੋਲਦੇ ਹਾਂ ਐਕਸਪੋਰਟ, ਜਦੋਂ ਆਪਾਂ ਮੰਗਵਾਉਂਦੇ ਉਹਨੂੰ ਬੋਲਦੇ ਹਾਂ ਇੰਪੋਰਟ। ਓਕੇ, ਸੋ बैलेंस ऑफ पेमेंट ਦੇ ਨਾਲ ਆਪਣੇ ਕੋਲ ਇਨਫੋਰਮੇਸ਼ਨ ਮਿਲਦੀ ਹੈ ਅਬਾਊਟ ਪੋਜੀਸ਼ਨ ਆਫ ਕੰਟਰੀ ਵਿਦ ਰਿਸਪੈਕਟ ਟੂ ਇਸ਼ੂਜ਼ ਲਾਈਕ ਕਰੰਸੀ ਕ੍ਰਾਈਸਿਸ, ਕੈਪੀਟਲ ਫਲੋਜ਼, ਇੰਪੈਕਟ ਔਨ ਇਕਨੋਮੀ ਤੇ ਆਪਾਂ ਨੂੰ ਨਾਲ ਹੀ ਵੈਲਿਊਏਬਲ ਇਨਸਾਈਟ ਦਿੰਦੀ ਹੈ ਇਕਨੋਮਿਕ ਆਊਟਪੁੱਟ ਦੇ ਬਾਰੇ ਜੋ ਕਿ ਕਿਸੇ ਵੀ ਕੰਟਰੀ ਦੀ ਇਕਨੋਮਿਕ ਗਰੋਥ ਲਈ ਇੰਪੋਰਟੈਂਟ ਹੈ। ਉਸ ਤੋਂ ਬਾਅਦ ਨੈਕਸਟ ਹੈ ਬੈਲੈਂਸ ਆਫ ਟ੍ਰੇਡ। ਜਿਹੜਾ ਬੈਲੈਂਸ ਆਫ ਪੇਮੈਂਟ ਹੈ ਤੇ ਬੈਲੈਂਸ ਆਫ ਟ੍ਰੇਡ ਹੈ ਇਹ ਦੋਨੋਂ ਅਲੱਗ-ਅਲੱਗ ਨੇ। ਬੈਲੈਂਸ ਆਫ ਟ੍ਰੇਡ ਕੀ ਹੁੰਦਾ ਹੈ? ਬੈਲੈਂਸ ਆਫ ਪੇਮੈਂਟ ਆਫ ਅ ਕੰਟਰੀ। Balance of trade shows difference between countries' monetary value of export import for a given period of time। ਜਿਹੜਾ balance of trade ਹੈ ਨਾ ਉਹ basically ਕੀ ਹੈ ਕਿ ਆਪਣੇ ਕੋਲ ਮੋਨੇਟਰੀ ਵੈਲਿਊ ਦਿੰਦਾ ਹੈ ਕਿ ਕਿੰਨਾ ਐਕਸਪੋਰਟ ਹੋਇਆ ਉਸ ਚੋਂ ਆਪਾਂ ਇੰਪੋਰਟ ਮਾਈਨਸ ਕਰ ਦਿੰਦੇ ਹਾਂ। ਜਿਹੜੀ ਵੈਲਿਊ ਆਉਂਦੀ ਹੁੰਦੀ ਹੈ ਬੈਲੈਂਸ ਆਫ ਟ੍ਰੇਡ। ਠੀਕ ਹੈ, ਇਹ ਲਾਰਜੈਸਟ ਕੰਪੋਨੈਂਟ ਹੈ ਕੰਟਰੀ ਦੇ BOP ਦਾ। ਜਿਹੜਾ ਬੈਲੈਂਸ ਆਫ ਟ੍ਰੇਡ ਹੈ ਇਹਨੂੰ ਟ੍ਰੇਡ ਬੈਲੈਂਸ ਵੀ ਬੋਲਦੇ, ਇੰਟਰਨੈਸ਼ਨਲ ਟ੍ਰੇਡ ਬੈਲੈਂਸ ਬੋਲਦੇ, ਨੈਟ ਐਕਸਪੋਰਟ ਬੋਲਦੇ ਆ ਜਾਂ ਫਿਰ ਕਮਰਸ਼ੀਅਲ ਬੈਲੈਂਸ ਬੋਲਦੇ ਆ। ਅਗਰ ਕੰਟਰੀ ਐਕਸਪੋਰਟ ਕਰ ਰਹੀ ਹੈ ਜ਼ਿਆਦਾ ਇੰਪੋਰਟ ਤੋਂ, ਠੀਕ ਹੈ, ਤਾਂ ਪੋਜ਼ਿਟਿਵ ਬੈਲੈਂਸ ਜਾਂ ਟ੍ਰੇਡ ਸਰਪਲਸ ਹੋਊਗਾ। ਹੁਣ ਦੇਖੋ ਤੁਹਾਨੂੰ ਮੈਂ ਕੀ ਦੱਸਿਆ ਕਿ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹਦਾ ਮਤਲਬ ਕੀ ਹੈ ਕਿ ਕਿੰਨਾ ਮਾਲ ਐਕਸਪੋਰਟ ਹੋ ਰਿਹਾ ਕੰਟਰੀ ਚੋਂ ਮਾਈਨਸ ਕਿੰਨਾ ਇੰਪੋਰਟ ਹੋ ਰਿਹਾ। ਐਕਸਪੋਰਟ ਮੀਨਸ ਕਿ ਜਿਵੇਂ ਆਪਾਂ ਇੰਡੀਆ 'ਚ ਰਹਿੰਦੇ ਹਾਂ, ਠੀਕ ਹੈ, ਅਗਰ ਆਪਾਂ ਇੰਡੀਆ ਦਾ ਬੈਲੈਂਸ ਆਫ ਟ੍ਰੇਡ ਫਾਈਂਡ ਕਰ ਰਹੇ ਹਾਂ ਕਿ ਪੋਜ਼ਿਟਿਵ ਹੈ ਨੈਗੇਟਿਵ ਹੈ ਕੀ ਹੈ, ਕਿਵੇਂ ਕਰਾਂਗੇ? ਅਗਰ ਇੰਡੀਆ ਦੂਸਰੀ ਕੰਟਰੀਜ਼ ਨੂੰ ਜ਼ਿਆਦਾ ਸਮਾਨ ਭੇਜ ਰਿਹਾ ਹੈ ਮਤਲਬ ਦੂਸਰੀ ਕੰਟਰੀ 'ਚ ਇੰਡੀਆ ਦਾ ਸਮਾਨ ਜਾਊਗਾ ਤਾਂ ਮਹਿੰਗਾ ਵਿਕੂਗਾ, ਓਵਰਆਲ ਇੰਡੀਅਨ ਇਕਨੋਮੀ ਨੂੰ ਫਾਇਦਾ ਹੋਊਗਾ। ਯਾਨੀ ਕਿ ਆਪਣੇ ਜਿਹੜੇ ਐਕਸਪੋਰਟ ਹੈ ਉਹ ਜ਼ਿਆਦਾ ਨੇ ਇੰਪੋਰਟ ਨਾਲੋਂ। ਇੰਪੋਰਟ ਮਤਲਬ ਕੀ ਹੈ ਕਿ ਦੂਸਰੀ ਕੰਟਰੀਜ਼ ਤੋਂ ਸਮਾਨ ਆਉਣਾ ਇੰਡੀਆ ਦੇ ਵਿੱਚ, ਐਕਸਪੋਰਟ ਮਤਲਬ ਇੰਡੀਆ ਤੋਂ ਜਾਣਾ ਦੂਸਰੀ ਕੰਟਰੀਜ਼ ਦੇ ਵਿੱਚ। ਠੀਕ ਹੈ, ਸੋ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਪੋਜ਼ਿਟਿਵ ਕਦੋਂ ਹੋਊਗਾ? ਜਦੋਂ ਐਕਸਪੋਰਟ ਜ਼ਿਆਦਾ ਨੇ ਇੰਪੋਰਟ ਦੇ ਨਾਲੋਂ। ਓਕੇ, ਹਾਊਐਵਰ ਅਗਰ ਇੰਪੋਰਟ ਜ਼ਿਆਦਾ ਨੇ ਐਕਸਪੋਰਟ ਦੇ ਨਾਲੋਂ ਤਾਂ ਜਿਹੜਾ ਕੰਟਰੀ ਦਾ ਟ੍ਰੇਡ ਡੈਫਿਸਿਟ ਹੈ ਜਾਂ ਫਿਰ ਆਪਾਂ ਬੋਲ ਸਕਦੇ ਹਾਂ ਕਿ ਨੈਗੇਟਿਵ ਬੈਲੈਂਸ ਹੁੰਦਾ ਟ੍ਰੇਡ ਦਾ, ਠੀਕ ਹੈ, ਜਾਂ ਫਿਰ ਟ੍ਰੇਡ ਡੈਫੀਸੈਂਟ। ਅਗਰ ਐਕਸਪੋਰਟ ਜ਼ਿਆਦਾ ਉਹਨੂੰ ਆਪਾਂ ਬੋਲਦੇ ਹਾਂ ਟ੍ਰੇਡ ਸਰਪਲਸ, ਅਗਰ ਪਲੱਸ ਆ ਰਿਹਾ ਤੇ ਅਗਰ ਘੱਟ ਆ ਰਿਹਾ ਹੈ ਨੈਗੇਟਿਵ 'ਚ ਆ ਰਿਹਾ ਤਾਂ ਉਹਨੂੰ ਬੋਲਦੇ ਆਪਾਂ ਟ੍ਰੇਡ ਡੈਫਿਸਿਟ। ਓਕੇ, ਜਿਹੜੇ ਵੀ ਇਕਨੋਮਿਕ ਟ੍ਰਾਂਜੈਕਸ਼ਨ ਹੁੰਦੇ ਕੰਟਰੀ ਦੀਆਂ ਉਹਦੇ ਵਿੱਚ ਸਾਰੇ ਇਨਫਲੋਜ਼ ਆਊਟਫਲੋਜ਼ ਹੁੰਦੇ ਇੱਕ ਫਾਈਨੈਂਸ਼ੀਅਲ ਈਅਰ ਦੇ ਦੌਰਾਨ ਜੋ ਵੀ ਹੋਏ। ਓਕੇ, ਇਨਫਲੋਜ਼ ਤੇ ਆਊਟਫਲੋਜ਼ ਹੈ ਜਿਹੜਾ ਉਹ ਫਾਰਮ ਕਰਦੇ ਆ ਪਾਰਟ ਬੈਲੈਂਸ ਆਫ ਪੇਮੈਂਟ ਦਾ। ਉਹ ਤੋਂ ਬਾਅਦ ਨੈਕਸਟ ਹੈ ਇਨਫਲੋ ਆਫ ਮਨੀ ਦੈਟ ਇਜ਼ ਫੋਰਨ ਰਿਸੀਟ। ਜਿਹੜੀ ਫੋਰਨ ਰਿਸੀਟ ਹੈ ਉਹਦੇ ਵਿੱਚ ਇਨਫਲੋਜ਼ ਆਉਣਗੇ ਐਕਸਟਰਨਲ ਅਰਨਿੰਗ ਤੋਂ ਤੇ ਐਕਸਟਰਨਲ ਬੋਰੋਇੰਗ ਤੋਂ। ਇਹਦੇ ਵਿੱਚ ਕੀ ਹੋਊਗਾ? ਸੋਰਸ ਆਫ ਅਰਨਿੰਗ ਤੇ ਸੋਰਸ ਆਫ ਬੋਰੋਇੰਗ। ਸੋਰਸ ਆਫ ਅਰਨਿੰਗ ਦੇ ਵਿੱਚ ਮੈਕਡਨਾਈਜ਼ ਐਕਸਪੋਰਟ ਸਰਵਿਸਿਜ਼, ਐਕਸਪੋਰਟ, ਪ੍ਰਾਈਵੇਟ ਟ੍ਰਾਂਸਫਰ, ਰੈਮਿਟੈਂਸ, ਗਿਫਟ, ਏਡਸ ਫਰੋਮ ਫੋਰਨ ਸੋਰਸਿਸ, ਮਨੀ ਅਰਨਡ ਫਰੋਮ ਇੰਟਰਸਟ, ਡਿਵੀਡੈਂਡ ਤੇ ਕੋਈ ਵੀ ਰਾਇਲਟੀ ਹੈ ਉਹ ਸਾਰਾ ਕੁਛ ਆਊਗਾ। ਠੀਕ ਹੈ, ਉਹ ਤੋਂ ਬਾਅਦ ਸੋਰਸਿਸ ਆਫ ਬੋਰੋਇੰਗ ਮੀਨਸ ਇਹਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਗਈ, ਫੋਰਨ ਪੋਰਟਫੋਲੀਓ ਇਨਵੈਸਟਮੈਂਟ ਆ ਗਈ, ਐਕਸਟਰਨਲ ਕਮਰਸ਼ੀਅਲ ਬੋਰਿੰਗ ਆ ਗਈ, NRI ਨੇ ਜੋ ਡਿਪੋਜ਼ਿਟ ਕੀਤਾ ਉਹ ਆ ਗਿਆ, ਲੋਨ ਜੋ ਕਿ ਗਵਰਨਮੈਂਟ ਨੇ ਲਿੱਤੇ ਐਕਸਟਰਨਲ ਸੋਰਸਿਸ ਤੋਂ ਉਹ ਸਭ ਕੁਝ ਇਨਕਲੂਡ ਹੋ ਗਿਆ। ਓਕੇ, ਦੇਖੋ ਇਹਦੇ ਵਿੱਚ ਕੀ ਕਿ ਆਪਾਂ ਨੂੰ ਕਿੱਥੋਂ ਪੈਸੇ ਅਰਨ ਹੋ ਰਹੇ ਨੇ, ਇਹਦੇ ਵਿੱਚ ਕੀ ਕਿ ਆਪਾਂ ਨੇ ਕਿੱਥੋਂ ਬੋਰੋ ਕੀਤੇ ਨੇ। ਠੀਕ ਹੈ, ਉਹ ਤੋਂ ਬਾਅਦ ਆਊਟਫਲੋ ਆਫ ਮਨੀ ਕਿਵੇਂ ਹੁੰਦਾ? ਸਪੈਂਡਿੰਗ ਤੇ ਲੈਂਡਿੰਗਸ। ਇਹਦੇ ਵਿੱਚ ਸਪੈਂਡਿੰਗ ਦੀ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਆ ਜਾਊਗਾ ਸਪੈਂਡਿੰਗ ਔਨ ਮਰਕੇਨਾਈਜ਼ ਇੰਪੋਰਟ ਸਰਵਿਸ, ਇੰਪੋਰਟ ਰੈਮਿਟੈਂਸ ਸੈਂਡ ਟੂ देयर होम कंट्रीज बाय फॉरेन नेशनल्स, गिफ्ट्स ग्रांट गिवन टू फॉरेन कंट्रीज, इंटरेस्ट, डिविडेंड, रॉयल्टीज पे टू फॉरेन कंट्रीज। देन लैंडिंग। ਹੁਣ ਦੇਖੋ ਇੱਕ ਚੀਜ਼ ਯਾਦ ਰੱਖਿਓ, ਅਗਰ ਆਪਾਂ ਅਰਨਿੰਗ ਦੀ ਗੱਲ ਕਰ ਰਹੇ ਹਾਂ, ਅਰਨਿੰਗ ਦੇ ਵਿੱਚ ਜਿਵੇਂ ਸਪੋਜ਼ ਕਰੋ ਕੋਈ ਇੰਡੀਆ ਦਾ ਨਾਗਰਿਕ ਹੈ ਉਹ ਬਾਹਰਲੀ ਕੰਟਰੀ 'ਚ ਜੌਬ ਕਰਦਾ ਹੈ
ਤੇ ਉਹ ਆਪਣੇ ਪੇਰੈਂਟਸ ਨੂੰ ਪੈਸੇ ਭੇਜ ਰਿਹਾ ਹੈ, ਠੀਕ ਹੈ, ਤਾਂ ਇਹ ਕਿਹਦੇ ਵਿੱਚ ਆ ਜਾਊਗਾ, ਸੋਰਸ ਆਫ ਅਰਨਿੰਗ ਦੇ ਵਿੱਚ। ਐਵੇਂ ਕੋਈ ਹੋਰ ਕੰਟਰੀ ਦਾ ਨਾਗਰਿਕ ਉਹ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਤੇ ਉਹ ਆਪਣੇ ਪੇਰੈਂਟਸ ਨੂੰ ਪੈਸੇ ਭੇਜ ਰਿਹਾ, ਤਾਂ ਇਹ ਕਿਸ 'ਚ ਆ ਜਾਊਗਾ, ਸਪੈਂਡਿੰਗ ਦੇ ਵਿੱਚ, ਠੀਕ ਹੈ, ਇਹੀ ਮਤਲਬ ਹੈ ਇੱਥੇ। ਦੈਨ ਲੈਂਡਿੰਗ 'ਚ ਕੀ ਆ ਜਾਊਗਾ, ਫੋਰਨ ਡਾਇਰੈਕਟ ਇਨਵੈਸਟਮੈਂਟ ਜੋ ਇੰਡੀਅਨ ਕੰਪਨੀਜ਼ ਕਰ ਰਹੀਆਂ ਨੇ ਫੋਰਨ ਕੰਟਰੀਜ਼ ਦੇ ਵਿੱਚ, ਫੋਰਨ ਪੋਰਟਫੋਲੀਓ ਇਨਵੈਸਟਮੈਂਟ ਜੋ ਇੰਡੀਅਨ ਸਿਟੀਜ਼ਨਸ ਦੁਆਰਾ ਕੀਤੀ ਜਾ ਰਹੀ ਹੈ, ਠੀਕ ਹੈ। ਸ਼ਾਰਟ ਟਰਮ ਡਿਪੋਜ਼ਿਟ ਜੋ ਕਿ ਇੰਡੀਅਨ ਰੈਜ਼ੀਡੈਂਟ ਫੋਰਨ ਕੰਟਰੀਜ਼ 'ਚ ਕਰ ਰਹੇ ਨੇ, ਲੋਨਸ ਜੋ ਕਿ ਇੰਡੀਅਨ ਗਵਰਨਮੈਂਟ ਫੋਰਨ ਗਵਰਨਮੈਂਟ ਨੂੰ ਦੇ ਰਹੀ ਹੈ, ਉਹ ਸਾਰਾ ਕਿਸ 'ਚ ਆ ਜਾਊਗਾ, ਲੈਂਡਿੰਗ ਦੇ ਵਿੱਚ, ਠੀਕ ਹੈ। ਉਹ ਤੋਂ ਬਾਅਦ ਹੁਣ ਬੈਲੈਂਸ ਆਫ ਪੇਮੈਂਟ ਦੇ ਕਿਹੜੇ ਕੰਪੋਨੈਂਟਸ ਹੈ, ਕਰੰਟ ਅਕਾਊਂਟ, ਕੈਪੀਟਲ ਅਕਾਊਂਟ, ਆਫੀਸ਼ੀਅਲ ਰਿਜ਼ਰਵ ਟ੍ਰਾਂਜੈਕਸ਼ਨ, ਐਰਰ ਐਂਡ ਓਮਿਸ਼ਨ। ਸਭ ਤੋਂ ਪਹਿਲਾਂ ਕਰੰਟ ਅਕਾਊਂਟ ਹੈ ਜਿਹੜਾ, ਇਹਦੇ ਵਿੱਚ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਜਿਹੜੀ ਕਿ ਐਕਸਪੋਰਟ ਤੇ ਇੰਪੋਰਟ ਨਾਲ ਰਿਲੇਟਡ ਹੁੰਦੀ ਹੈ, ਗੁੱਡ ਸਰਵਿਸਿਜ਼, ਯੂਨੀਲੇਟਰਲ ਟ੍ਰਾਂਸਫਰ, ਇਨਵੈਸਟਮੈਂਟ ਇਨਕਮ ਦੇ। ਉਹ ਤੋਂ ਬਾਅਦ ਕੈਪੀਟਲ ਅਕਾਊਂਟ ਦੇ ਵਿੱਚ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੀ ਹੈ ਜਿਹੜੀ ਕਿ ਡੀਲ ਕਰਦੀ ਹੈ ਐਸੈਟਸ, ਜਿਵੇਂ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਹੋ ਗਿਆ, ਫੋਰਨ ਪੋਰਟਫੋਲੀਓ ਇਨਵੈਸਟਮੈਂਟ, ਫੋਰਨ ਲੋਨ। ਦੈਨ ਆਫੀਸ਼ੀਅਲ ਰਿਜ਼ਰਵ ਟ੍ਰਾਂਜੈਕਸ਼ਨ, ਇਹਨੂੰ ਸੈਂਟਰਲ ਬੈਂਕ ਦੇ ਦੁਆਰਾ ਕੰਡਕਟ ਕੀਤਾ ਜਾਂਦਾ ਹੈ, ਬੈਲੈਂਸ ਆਫ ਪੇਮੈਂਟ ਦਾ ਅਗਰ ਡੈਫਿਸਿਟ ਹੋਵੇ ਜਾਂ ਫਿਰ ਬੈਲੈਂਸ ਆਫ ਪੇਮੈਂਟ ਦਾ ਅਗਰ ਸਰਪਲਸ ਹੋਵੇ। ਦੈਨ ਐਰਰ ਓਮਿਸ਼ਨ, ਇਹ ਐਲੀਮੈਂਟ ਹੈ BOP ਦਾ, ਠੀਕ ਹੈ ਜੀ, ਜਿਹਦਾ ਮਤਲਬ ਕੀ ਹੈ, ਬੈਲੈਂਸਿੰਗ ਆਈਟਮ ਰਿਫਲੈਕਟਿੰਗ ਦ ਇਨਐਬਿਲਿਟੀ ਟੂ ਰਿਕਾਰਡ ਆਲ ਦ ਇੰਟਰਨੈਸ਼ਨਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ। ਵੀ ਉਹ ਆਈਟਮ ਜਿਹੜੀ ਹੈ ਦਿਖਾ ਰਹੀ ਹੈ ਕਿ ਆਪਾਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਨਹੀਂ ਕਰ ਪਾ ਰਹੇ, ਠੀਕ ਹੈ। ਐਰਰ ਦਾ ਮਤਲਬ ਉਹੀ ਹੋ ਗਿਆ ਨਾ। ਉਹ ਤੋਂ ਬਾਅਦ ਨੈਕਸਟ ਆਟੋਮੋਨਸ ਐਂਡ ਅਕੋਮੋਡੇਟਿੰਗ ਟ੍ਰਾਂਜੈਕਸ਼ਨ। ਦੇਖੋ ਇਹਦੇ ਵਿੱਚ ਮੇਨ ਜਿਹੜੀ ਤੁਹਾਡੇ ਕੋਲ ਡੈਫੀਨੇਸ਼ਨ ਸੀ ਉਹ ਬੈਲੈਂਸ ਆਫ ਟ੍ਰੇਡ, ਬੈਲੈਂਸ ਆਫ ਪੇਮੈਂਟ ਦੀ ਸੀ, ਬਾਕੀ ਹੋਰ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ, ਇਹਨਾਂ ਨੂੰ ਇੱਕ ਵਾਰ ਸੁਣ ਲਓ। ਆਟੋਮੋਨਸ ਐਂਡ ਅਕਾਊਂਟਿੰਗ ਟ੍ਰਾਂਜੈਕਸ਼ਨ, ਆਲ ਟ੍ਰਾਂਜੈਕਸ਼ਨ ਅੰਡਰ ਕਰੰਟ ਅਕਾਊਂਟ ਐਂਡ ਕੈਪੀਟਲ ਅਕਾਊਂਟ ਆਰ ਨੋਨ ਐਜ਼ ਆਟੋਮੋਨਸ ਟ੍ਰਾਂਜੈਕਸ਼ਨ। ਉਹ ਸਾਰੀਆਂ ਟ੍ਰਾਂਜੈਕਸ਼ਨ ਜਿਹੜੀਆਂ ਕਿ ਕੈਪੀਟਲ ਅਕਾਊਂਟ ਤੇ ਕਰੰਟ ਅਕਾਊਂਟ ਦੇ ਅੰਦਰ ਹੁੰਦੀਆਂ ਉਹਨੂੰ ਬੋਲਦੇ ਆ ਆਟੋਮੋਨਸ ਟ੍ਰਾਂਜੈਕਸ਼ਨ। ਹੁਣ ਦੇਖੋ ਜਿਹੜੀ ਟ੍ਰਾਂਜੈਕਸ਼ਨ ਹੈ ਇਹਦਾ ਮੇਨ ਮੋਟਿਵ ਕੀ ਹੁੰਦਾ ਕਰਨ ਦਾ, ਪ੍ਰੋਫਿਟ ਮੇਕਿੰਗ, ਠੀਕ ਹੈ, ਤੇ ਇਹਦੇ ਵਿੱਚ ਬੈਲੈਂਸ ਆਫ ਪੇਮੈਂਟ ਦੇ ਬਾਰੇ ਨਹੀਂ ਸੋਚਿਆ ਜਾਂਦਾ। Autonomous transactions are also known as above the line element in balance of payment. Accommodating transaction depend upon status of balance of payment. These transactions are determined by consequences of autonomous transactions on BOP. Accommodating transactions are also known as below the line element in the balance of payment. ਇੱਕ ਹੈ ਆਟੋਮੋਨਸ। ਆਟੋਮੋਨਸ ਕਿਹੜੀਆਂ ਨੇ, ਉਹ ਟ੍ਰਾਂਜੈਕਸ਼ਨ ਜਿਹੜੇ ਕੈਪੀਟਲ ਅਕਾਊਂਟ ਤੇ ਕਰੰਟ ਅਕਾਊਂਟ 'ਚ ਹੁੰਦੀਆਂ ਨੇ, ਠੀਕ ਹੈ। ਜਿਹੜੇ ਅਕੋਮੋਡੇਟਿੰਗ ਟ੍ਰਾਂਜੈਕਸ਼ਨਸ ਨੇ, ਇਹ ਆਟੋਮੋਨਸ ਟ੍ਰਾਂਜੈਕਸ਼ਨ ਜੋ ਹੋਈਆਂ ਉਹਦੇ ਕਰਕੇ ਜੋ ਕੰਸੀਕੁਐਂਸਿਸ ਆਏ ਉਹਨਾਂ ਤੋਂ ਆਪਾਂ ਇਹ ਟ੍ਰਾਂਜੈਕਸ਼ਨਸ ਨੂੰ ਡਿਟਰਮਾਈਨ ਕਰਦੇ ਹਾਂ। ਜਿਹੜੇ ਅਕੋਮੋਡੇਟਿੰਗ ਟ੍ਰਾਂਜੈਕਸ਼ਨ ਇਹਨੂੰ ਬਿਲੋ ਦਾ ਲਾਈਨ ਐਲੀਮੈਂਟ ਵੀ ਬੋਲਦੇ ਆ। ਆਫੀਸ਼ੀਅਲ ਰਿਜ਼ਰਵ ਟ੍ਰਾਂਜੈਕਸ਼ਨ ਐਗਜ਼ਾਮਪਲ ਹੈ ਅਕੋਮੋਡੇਟਿੰਗ ਟ੍ਰਾਂਜੈਕਸ਼ਨ ਦੀ, ਇੰਪੋਰਟੈਂਟ ਨਹੀਂ ਹੈ, ਬਸ ਦੇਖ ਲਓ ਇੱਕ ਵਾਰ। ਉਹਦੇ ਬਾਅਦ ਕਰੰਟ ਅਕਾਊਂਟ ਟ੍ਰਾਂਜੈਕਸ਼ਨ, ਇਹਦੇ ਵਿੱਚ ਸਾਰੀਆਂ ਟ੍ਰਾਂਜੈਕਸ਼ਨ ਹੁੰਦੀਆਂ ਐਕਸਪੋਰਟ ਤੇ ਇੰਪੋਰਟ ਨਾਲ ਰਿਲੇਟਡ ਗੁੱਡਸ ਦੀ, ਸਰਵਿਸਿਜ਼ ਦੀ, ਯੂਨੀਲੇਟਰਲ ਟ੍ਰਾਂਸਫਰ ਤੇ ਇਨਵੈਸਟਮੈਂਟ ਇਨਕਮ। ਜਿਹੜੀ ਰਿਸੀਟ ਹੁੰਦੀ ਹੈ ਐਕਸਪੋਰਟ ਆਫ ਗੁੱਡ ਸਰਵਿਸਿਜ਼, ਇਨਵੈਸਟਮੈਂਟ ਇਨਕਮ, ਯੂਨੀਲੇਟਰਲ ਟ੍ਰਾਂਸਫਰ ਦੀ, ਉਹ ਸ਼ੋ ਹੁੰਦੀ ਹੈ ਪੋਜ਼ਿਟਿਵ ਆਈਟਮਸ ਦੀ ਤਰ੍ਹਾਂ ਔਰ ਕ੍ਰੈਡਿਟ ਦੀ ਤਰ੍ਹਾਂ ਕਰੰਟ ਅਕਾਊਂਟ ਦੇ ਵਿੱਚ। ਤੇ ਪੇਮੈਂਟ ਜਿਹੜੀ ਕਿ ਆਪਾਂ ਨੇ ਇੰਪੋਰਟ ਲਈ ਕੀਤੀ ਹੁੰਦੀ ਹੈ ਗੁੱਡਸ ਦੀ, ਸਰਵਿਸਿਜ਼ ਦੀ, ਇਨਵੈਸਟਮੈਂਟ ਲਈ, ਇਨਕਮ ਜਿਹੜੀ ਕਿ ਆਪਾਂ ਨੇ ਅਬਰੋਡ ਭੇਜੀ ਹੈ, ਯੂਨੀਲੇਟਰਲ ਪੇਮੈਂਟ, ਉਹਨਾਂ ਨੂੰ ਨੈਗੇਟਿਵ ਆਈਟਮ ਦੀ ਤਰ੍ਹਾਂ ਜਾਂ ਫਿਰ ਡੈਟ ਦੀ ਤਰ੍ਹਾਂ ਸ਼ੋ ਕਰਦੇ ਆ ਕਰੰਟ ਅਕਾਊਂਟ 'ਚ। ਹੁਣ ਇਹਦਾ ਮਤਲਬ ਕੀ ਹੋ ਗਿਆ, ਕਰੰਟ ਅਕਾਊਂਟ 'ਚ ਆਪਾਂ ਉਹ ਸਭ ਚੀਜ਼ਾਂ ਜਿਵੇਂ ਅਗਰ ਆਪਾਂ ਨੂੰ ਪੈਸੇ ਬਣੇ ਆ, ਠੀਕ ਹੈ, ਆਪਾਂ ਨੇ ਕੋਈ ਚੀਜ਼ ਬਾਹਰ ਭੇਜੀ ਇੰਡੀਆ ਤੋਂ ਤਾਂ ਇੰਡੀਆ ਨੂੰ ਕਮਾਈ ਹੋਈ ਨਾ, ਤਾਂ ਆਪਾਂ ਉਹਨੂੰ ਪੋਜ਼ਿਟਿਵ ਆਈਟਮਸ 'ਚ ਸ਼ੋ ਕਰਾਂਗੇ। ਤੇ ਉਹ ਸਭ ਪੇਮੈਂਟਸ ਜੋ ਕਿ ਇੰਡੀਆ ਨੂੰ ਕਰਨੀ ਪੈ ਰਹੀ ਹੈ ਕਿਉਂਕਿ ਉਹਨੇ ਚੀਜ਼ਾਂ ਖਰੀਦੀਆਂ ਨੇ ਦੂਸਰੀ ਕੰਟਰੀ ਤੋਂ, ਇੰਪੋਰਟ ਕੀਤਾ ਸਮਾਨ, ਤਾਂ ਉਹਨੂੰ ਆਪਾਂ ਕਰੰਟ ਅਕਾਊਂਟ ਦੇ ਵਿੱਚ ਨੈਗੇਟਿਵ ਆਈਟਮ ਦੀ ਤਰ੍ਹਾਂ ਦਿਖਾਉਂਦੇ ਹਾਂ, ਠੀਕ ਹੈ। ਤੇ ਬੈਲੈਂਸ ਔਨ ਕਰੰਟ ਅਕਾਊਂਟ ਰੈਫਰ ਟੂ ਨੈਟ ਵੈਲਿਊ ਆਫ these credit and debt. When the net value of these transaction is negative, it leads to current account deficit. So current account deficit ਕੀ ਹੁੰਦਾ ਹੈ ਕਿ ਅਗਰ ਆਪਣੇ ਕੋਲ ਵੈਲਿਊ ਹੈ ਜਿਹੜੀ ਇੰਪੋਰਟ ਵਗੈਰਾ ਦੀ ਉਹ ਜ਼ਿਆਦਾ ਆ ਰਹੀ ਹੈ ਐਜ਼ ਕੰਪੇਅਰ ਟੂ ਐਕਸਪੋਰਟ, ਠੀਕ ਹੈ। ਅਗਰ ਨੈਟ ਵੈਲਿਊ ਸਾਰੀ ਟ੍ਰਾਂਜੈਕਸ਼ਨ ਦੀ ਪੋਜ਼ਿਟਿਵ ਆ ਰਹੀ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਕਰੰਟ ਅਕਾਊਂਟ ਸਰਪਲਸ, ਠੀਕ ਹੈ। ਮਤਲਬ ਕੀ ਹੁੰਦਾ ਕਿ ਆਪਾਂ ਨੂੰ ਇਨਕਮ ਜਨਰੇਟ ਹੋਈ ਹੈ ਫੋਰਨ ਰਿਸੋਰਸਿਸ ਤੋਂ, ਓਕੇ। ਉਹ ਤੋਂ ਬਾਅਦ ਕੰਪੋਨੈਂਟਸ ਕਿਨੇ ਕਰੰਟ ਅਕਾਊਂਟ ਦੇ, ਮੇਜਰ ਕੰਪੋਨੈਂਟ ਹੈ ਮੈਕੇਡਨਾਈਜ਼ ਟ੍ਰਾਂਜੈਕਸ਼ਨ ਔਰ ਵਿਜ਼ੀਬਲ ਟ੍ਰੇਡ। ਦ ਮੇਜਰ ਪਾਰਟ ਆਫ ਫੋਰਨ ਟ੍ਰੇਡ transaction include export import of a country, payment made for the import of goods from other countries are shown as negative side, and receipt from export of goods to other countries are shown as positive item. Balance of these export import are known as balance of trade or mechanized trade balance. If the imports are more than export ਤਾਂ ਕੀ ਹੋਊਗਾ, ट्रेड डेफिसिट। ये ਆਪਾਂ ਸਾਰੀ ਗੱਲ ਕਰ ਚੁੱਕੇ हैं। अगर एक्सपोर्ट ज़्यादा इंपोर्ट ਦੇ ਨਾਲੋਂ ਤਾਂ ਉਹਨੂੰ ਬੋਲਾਂਗੇ ट्रेड सरप्लस, ठीक है। इंडिया ने एक्सपीरियंस ਕੀਤਾ ਸੀ ट्रेड डेफिसिट
except for 2 years in 1970s। वो साल ਨੂੰ ਛੱਡ ਕੇ ਠੀਕ ਹੈ ਇੰਡੀਆ ਨੇ एक्सपीरियंस किया ट्रेड डेफिसिट ਨੂੰ। ਉਸ ਤੋਂ ਬਾਅਦ ਇਨਵਿਜ਼ੀਬਲ ਟ੍ਰੇਡ, एक्सपोर्ट इंपोर्ट ऑफ सर्विसेज। ਇਹਦੇ ਵਿੱਚ एक्सपोर्ट ਤੇ इंपोर्ट ਆਉਂਦਾ सर्विसेज ਜਿਵੇਂ इंफॉर्मेशन टेक्नोलॉजी सर्विस, बैंकिंग, इंश्योरेंस, कंसल्टेंसी सर्विस ऑफर टू फॉरेन कंट्रीज, BPO, टूरिज्म, आउटसोर्सिंग। एक्सपोर्ट ऑफ सर्विस इज शोन एज क्रेडिट इन करंट अकाउंट। अगर आप कोई सर्विस बाहरली कंट्री च प्रोवाइड कर रहे हैं तो अपन सर्विस के बदले पैसे मिलणगे ना। तो करंट अकाउंट च अगर आप कोई सर्विस नूं एक्सपोर्ट कर रहे हैं तो उन्होंने आप किन्ना शो करांगे पॉजिटिव नाल। अगर आप इंपोर्ट कर रहे हैं कोई सर्विस तो वो करंट अकाउंट दे विच नैगेटिव शो हो, डेट की तरह शो हो। ठीक है, क्योंकि एक्सपोर्ट ते इंपोर्ट है जिहड़ी सर्विसेज दी वो एवें नहीं दिखती, इनविजिबल हुंदे, इसलिए आपां इहनूं की बोलदे इनविजिबल ट्रेड। दैन यूनीलेटरल और अनइक्वेटेड ट्रांसफर्स। यूनीलेटरल और अनरिक्वेटेड ट्रांसफर आर वन वे transfer which include gift, donation, personal remittance, foreign aid, charitable donation, withdrawal of NRI deposit. The inward transaction are shown as credit and the outward remittance are shown as debt। ਹੁਣ unilateral ट्रांसफर ਦੇ ਵਿੱਚ ਕੀ ਹੋ ਗਿਆ ਕਿ ਅਗਰ ਕੋਈ ਸਪੋਜ਼ ਗਿਫਟ ਭੇਜ ਰਿਹਾ, ਕੋਈ ਫੋਰਨ ਚ ਰਹਿੰਦਾ ਰਿਲੇਟਿਵ, ਉਹ ਇੰਡੀਆ ਦੇ ਵਿੱਚ ਕਿਸੇ ਨੂੰ ਗਿਫਟ ਭੇਜ ਰਿਹਾ या फिर इंडियन ਜਿਹੜੇ ਫੋਰਨ 'ਚ ਕੰਮ ਕਰ ਰਹੇ ਆਪਣੀ ਫੈਮਿਲੀ ਨੂੰ ਪੈਸੇ ਭੇਜ ਰਹੇ ਆ ਤਾਂ ਉਹਨੂੰ ਆਪਾਂ ਪੋਜ਼ਿਟਿਵ 'ਚ ਲਵਾਂਗੇ। ਅਗਰ ਕੋਈ ਫੋਰਨ ਨੈਸ਼ਨਲ ਇੰਡੀਅਨ 'ਚ ਰਹਿੰਦਾ ਉਹ ਆਪਣੀ ਫੈਮਿਲੀ ਨੂੰ ਪੈਸੇ ਭੇਜ ਰਿਹਾ ਤਾਂ ਉਹਨੂੰ ਆਪਾਂ ਨੈਗੇਟਿਵ 'ਚ ਲਵਾਂਗੇ, ਇਹ ਮਤਲਬ ਹੈ। ਦੈਨ ਇਨਕਮ ਰਿਸੀਵਡ ਐਂਡ ਪੇਮੈਂਟ, ਇਟ ਰੈਫਰ ਟੂ ਇਨਕਮ ਫਰੋਮ ਇਨਵੈਸਟਮੈਂਟ ਜਿਹੜੀ ਕਿ ਫੋਰਨ ਕੰਟਰੀਜ਼ 'ਚ ਕੀਤੀ ਹੈ, ਪ੍ਰੋਫਿਟ ਜੋ ਕਿ ਸਬਸਿਡਰੀਜ਼ ਤੋਂ ਆ ਰਿਹਾ ਕੰਪਨੀ ਦੇ ਜੋ ਬਾਹਰਲੀ ਕੰਟਰੀਜ਼ 'ਚ ਨੇ, ਇੰਟਰਸਟ ਜੋ ਲੋਨ ਤੇ ਇਨਵੈਸਟਮੈਂਟ ਤੋਂ ਆ ਰਿਹਾ ਬਾਹਰੋਂ, ਡਿਵੀਡੈਂਡ ਇਨਕਮ ਫਰੋਮ ਦ ਸ਼ੇਅਰਸ ਇਨ ਫੋਰਨ ਕੰਪਨੀਜ਼। इफ इनकम रिसीव फ्रॉम फॉरन सोर्सिज इट इज शोन एज क्रेडिट। तो अगर पेमेंट आपां नूं करनी पै रही है फॉरन नैशनल्स नूं तां उहनूं आपां की बोलते हैं डैट। ठीक है, उस तो बाद कैपिटल अकाउंट ट्रांजैक्शन। कैपिटल अकाउंट ट्रांजैक्शन का मतलब की हुंदा है रिकॉर्ड सारी ट्रांजैक्शन का कि कितनी कैपिटल इनफ्लो हुई है तो आउटफ्लो हुई है, तो ये इफेक्ट करती है कंट्री की फॉरन एसेट ते लाइबिलिटी नूं। ये डील करते इंटरनैशनल कैपिटल ट्रेड ट्रांजैक्शन दे नाल रेजिडेंट दे विच जिहड़ी एक नेशन दे दूसरे नेशन के नाल। जिहड़ा कैपिटल अकाउंट है वो शो करता है कि नैट चेंज कितना है ओनरशिप ते कंट्री के एसेट ते लाइबिलिटी दे विच। फॉर एग्जाम्पल इफ इंडियन सिटीजन बाय अ प्रॉपर्टी इन फॉरन कंट्री इट विल बी शो एज डेट इन कैपिटल अकाउंट। अगर किसी इंडियन सिटीजन ने फॉरन कंट्री दे विच कोई प्रॉपर्टी बाय की तो उन्होंने आपां डेट की तरह दिखावांगे कैपिटल अकाउंट दे विच। जिहड़ा कैपिटल अकाउंट कंपोनेंट्स इहदे विच फॉरन डायरैक्ट इन्वेस्टमेंट आ गई, FPI आ गई, इमूवेबल प्रॉपर्टीज, इंटेंजिबल एसेट्स, ट्रेड क्रेडिट्स, बोरोइंग फ्रॉम अदर कंट्रीज, बैंकिंग कैपिटल, चेंजेस इन फॉरेन एक्सचेंज रिजर्व्स, ये सब कुछ आ गया। द NRI डिपॉजिट, स्पेशल ड्राइंग राइट, फंड हेल्ड इन फॉरेन कंट्रीज आर ऑल्सो इंक्लूडिड इन द कैपिटल अकाउंट। ये आ सारा कुछ भी आ जाऊगा, याद रखियो। जो कैपिटल अकाउंट है कंसर्न करता है क्लेम्स ते लाइबिलिटीज के नाल। ठीक है, जो फाइनैशियल नेचर के ने ये टाइम पीरियड का इन्ना नहीं देखा जाता। कैपिटल अकाउंट इज यूज फॉर फाइनेंसिंग डेफिसिट इन करंट अकाउंट और एब्जॉर्बिंग एनी सरप्लस ऑफ करंट अकाउंट। जिहड़ा कैपिटल अकाउंट उन्होंने यूज किया जाता फाइनांस करने के लिए, अगर कोई भी घाट है करंट अकाउंट दे विच ते एब्जॉर्ब करने लिए कोई भी सरप्लस है करंट अकाउंट दे विच। एज ए कैपिटल अकाउंट डील्स विद फाइनैशियल ट्रांसफर, इट डज नॉट हैव एनी इंपैक्ट ऑन आउटपुट, इनकम एंड इंप्लॉयमेंट ऑफ नेशन। दैन उन्हें दे कंपोनेंट्स किहड़े-किहड़े ने, देखो पेपर च तुहानूं सीधा पूछ सकते भी किहड़े-किहड़े कंपोनेंट्स हैं। ठीक है, बोरोइंग एंड लैंडिंग फ्रॉम फॉरेन कंट्रीज, इन्वेस्टमेंट टू एंड फ्रॉम फॉरेन कंट्रीज। सब तो पहले आपां देखदे बोरोइंग एंड लैंडिंग फ्रॉम फॉरेन कंट्रीज। इहदे विच फाइनैशियल ट्रांजैक्शन आ जाऊगा जिहड़ा कि रिलेटेड है बोरोइंग ऑफ मनी फ्रॉम फॉरेन कंट्रीज बाय प्राइवेट सेक्टर कंपनीज या इंडिविजुअल गवर्नमेंट। The receipt from abroad, which include repayment of loan from foreign citizen, are shown as credit in capital account. The financial transaction dealing with lending to abroad by private sector companies, individual government, repayment of loan taken from foreign countries is debt। अगर सीधी जी ਇਹਦੇ ਵਿੱਚ ਇੱਕ ਗੱਲ ਤੁਸੀਂ ਘੁਮਾ ਫਿਰਾ ਕੇ ਹੀ याद रखनी है, अगर इंडिया च पैसे आ रहे ने तो उन्होंने प्लस दिखावांगे। इत्थे आपां एग्जाम्पल लै रहे हैं एक कंट्री दी, इंडिया दी। ठीक है, तो अगर इंडिया तो पैसे बाहर जा रहे हैं तो उन्होंने नैगेटिव दिखावांगे। और तो बाद इन्वेस्टमेंट टू एंड फ्रॉम फॉरेन कंट्रीज, इन्वेस्टमेंट फ्रॉम फॉरेन कंट्रीज इन इंडियन कंपनीज, गवर्नमेंट बॉन्ड, रियल एस्टेट इन इंडिया शोन एज क्रेडिट इन कैपिटल अकाउंट एज दे लीड टू इनफ्लो ऑफ फॉरेन एक्सचेंज। द इन्वेस्टमेंट मेड बाय इंडियन रेजिडेंट इन स्टॉक एंड शेयर ऑफ कंपनी अब्रॉड, गवर्नमेंट बॉन्ड, रियल एस्टेट आर शोन एज डेट इन कैपिटल अकाउंट एज दे लीड टू आउटफ्लो ऑफ फॉरेन एक्सचेंज। ठीक है, और तो बाद नेक्स्ट कंपोनेंट है
ਫੋਰਨ ਡਾਇਰੈਕਟ ਇਨਵੈਸਟਮੈਂਟ ਦੈਟ ਇਜ਼ FDI ਜਦੋਂ ਫੋਰਨ ਰੈਜ਼ੀਡੈਂਟਸ ਬਾਏ ਕਰਦੇ ਇੰਡੀਅਨ ਕੈਪੀਟਲ ਐਸੈਟਸ ਨੂੰ ਜਿਵੇਂ ਕੰਪਨੀਜ਼ ਇੰਡਸਟਰੀਅਲ ਕੰਪਲੈਕਸ ਮਸ਼ੀਨ ਤਾਂ ਉਹਨੂੰ ਕ੍ਰੈਡਿਟ ਦੀ ਤਰ੍ਹਾਂ ਦਿਖਾਇਆ ਜਾਂਦਾ ਕੈਪੀਟਲ ਅਕਾਊਂਟ ਦੇ ਵਿੱਚ ਤੇ ਅਗਰ FDI ਇਨਵੈਸਟਮੈਂਟ ਇੰਡੀਆ ਕਰ ਰਹੀ ਹੈ ਫੋਰਨ ਕੰਟਰੀ ਦੇ ਵਿੱਚ ਤਾਂ ਉਹਨੂੰ ਡੈਟ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਦੈਨ ਫੋਰਨ ਪੋਰਟਫੋਲੀਓ ਇਨਵੈਸਟਮੈਂਟ ਜਦੋਂ ਫੋਰਨ ਰੈਜ਼ੀਡੈਂਟ ਪਰਚੇਸ ਕਰਦੇ ਆ ਸਟਾਕ ਗਵਰਨਮੈਂਟ ਬੌਂਡ ਕਾਰਪੋਰੇਟ ਸਿਕਿਉਰਿਟੀਜ਼ ਤਾਂ ਇਹ ਟ੍ਰਾਂਜੈਕਸ਼ਨ ਨੂੰ ਕ੍ਰੈਡਿਟ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਕਿਉਂਕਿ ਦੇਖੋ ਸਪੋਜ਼ ਕਰੋ ਕੋਈ ਫੋਰਨਰ ਹੈ ठीक है अमेरिका तो आके इंडिया ਦੇ ਵਿੱਚ लैंड खरीद रहा सपोज करो या कोई कंपनी खरीद रहा है ਤਾਂ ਉਹ ਬਦਲੇ 'ਚ ਕੀ ਦਊਗਾ ਪੈਸੇ ਦਊਗਾ ਯਾਨੀ ਕਿ ਪੈਸੇ ਇੰਡੀਆ 'ਚ ਆ ਰਹੇ ਆ ਤਾਂ ਪਲੱਸ ਦੀ ਤਰ੍ਹਾਂ ਸ਼ੋ ਹੋਊਗਾ ਕੈਪੀਟਲ ਦੀ ਤਰ੍ਹਾਂ ਸ਼ੋ ਹੋਊਗਾ ਸੌਰੀ ਕ੍ਰੈਡਿਟ ਦੀ ਤਰ੍ਹਾਂ ਸ਼ੋ ਹੋਊਗਾ ਅਗਰ ਪੈਸਾ ਜਾ ਰਿਹਾ ਹੋਊਗਾ ਇੱਥੋਂ ਤਾਂ ਉਹ ਡੈਟ ਦੀ ਤਰ੍ਹਾਂ ਸ਼ੋ ਹੋਊਗਾ then changes in foreign exchange reserve are financial assets held by RBI that is central bank of country ਇੰਡੀਆ ਦੇ ਲਈ RBI ਹੈ ਵੈਸੇ ਸੈਂਟਰਲ ਬੈਂਕ ਬੋਲਦੇ ਜਿਹੜਾ ਮੇਨ ਬੈਂਕ ਹੁੰਦਾ ਕਿਸੇ ਵੀ ਕੰਟਰੀ ਦਾ ਉਹਨੂੰ These reserves serve as finance item in balance of payment. Any withdrawal from foreign exchange reserve is shown as credit, while addition in reserve is shown as debt. Changes in foreign exchange reserve is shown in BOP account and not actual foreign exchange reserve. Then balance on capital account ਜਿਹੜੀ net value ਹੈ ਸਾਰੇ credit ਤੇ debt ਦੀ ਜੋ ਆਪਾਂ ਨੇ ਉੱਪਰ mention ਕੀਤੇ capital account ਦੇ ਵਿੱਚ ਠੀਕ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ balance on capital account ਜਦੋਂ ਕ੍ਰੈਡਿਟ ਜ਼ਿਆਦਾ ਹੋਇਆ ਡੈਟ ਨਾਲੋਂ ਤਾਂ ਉਹਦੇ ਨਾਲ ਕੀ ਹੋਊਗਾ ਕੈਪੀਟਲ ਅਮਾਉਂਟ ਸਰਪਲਸ ਹੋਊਗਾ ਤੇ ਇਹਦਾ ਮਤਲਬ ਕੀ ਹੈ ਕਿ ਇੰਡੀਆ ਦੇ ਵਿੱਚ ਪੈਸੇ ਆ ਜਿਹੜੇ ਉਹਨਾਂ ਦਾ ਫਲੋ ਹੋਇਆ ਆਏ ਨੇ ਠੀਕ ਹੈ ਤੇ ਅਗਰ ਡੈਟ ਜ਼ਿਆਦਾ ਹੋਊਗਾ ਕ੍ਰੈਡਿਟ ਦੇ ਨਾਲੋਂ ਤਾਂ ਡੈਫਿਸਿਟ ਦਿਖਾਊਗਾ ਕੈਪੀਟਲ ਅਕਾਊਂਟ ਦੇ ਵਿੱਚ ਤੇ ਇਹਦਾ ਮਤਲਬ ਕੀ ਹੈ ਕਿ ਜਿਹੜੇ ਪੈਸੇ ਉਹ ਆਊਟਫਲੋ ਹੋਏ ਨੇ ਬਾਹਰ ਗਏ ਨੇ ਇੰਡੀਆ ਤੋਂ ਠੀਕ ਹੈ ਸੋ ਬੈਲੈਂਸ ਆਫ ਪੇਮੈਂਟ ਇਜ਼ ਇਕੁਅਲ ਟੂ ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟ ਇਜ਼ ਇਕੁਅਲ ਟੂ 0 then current account deficit ਦਾ ਮਤਲਬ ਹੈ ਐਸੀ ਸਿਚੁਏਸ਼ਨ ਜਦੋਂ ਵੈਲਿਊ ਹੈ ਜਿਹੜੀ ਗੁੱਡ ਤੇ ਸਰਵਿਸਿਜ਼ ਦੀ ਜੋ ਕੰਟਰੀ ਇੰਪੋਰਟ ਕਰ ਰਹੀ ਹੈ ਉਹ ਜ਼ਿਆਦਾ ਹੋਵੇ ਦੈਨ ਵੈਲਿਊ ਆਫ ਗੁੱਡਸ ਤੇ ਸਰਵਿਸਿਜ਼ ਜੋ ਕੰਟਰੀ ਐਕਸਪੋਰਟ ਕਰ ਰਹੀ ਹੈ ਉਹਨੂੰ ਫਿਰ ਆਪਾਂ ਕੀ ਬੋਲਦੇ ਹਾਂ ਕਰੰਟ ਅਕਾਊਂਟ ਡੈਫਿਸਿਟ ਦਾ ਮਤਲਬ ਯਾਦ ਰੱਖਿਓ ਕਿ ਆਪਾਂ ਨੂੰ ਘਾਟਾ ਪੈ ਰਿਹਾ ਘਾਟਾ ਕਦੋਂ ਪੈ ਰਿਹਾ ਜਦੋਂ ਆਪਾਂ ਇੰਪੋਰਟ ਜ਼ਿਆਦਾ ਕਰ ਰਹੇ ਹਾਂ ਐਕਸਪੋਰਟ ਦੇ ਨਾਲੋਂ ਠੀਕ ਹੈ in other word it means country import more than what it export This current account deficit is paid through surplus in capital account, that is though surplus foreign investment or foreign loan or through forex reserve. When foreign exchange reserve fall below critical level, country faces balance of payment crisis. ਹੁਣ ਦੇਖੋ ਕੀ ਹੈ ਹੁਣ ਸਪੋਜ਼ ਕਰੋ ਆਪਾਂ ਜ਼ਿਆਦਾ ਐਕਸਪੋਰਟ ਕਰ ਰਹੇ ਹਾਂ ਸਪੋਜ਼ ਕਰੋ ਆਪਾਂ ਜ਼ਿਆਦਾ ਇੰਪੋਰਟ ਕਰ ਰਹੇ ਹਾਂ ਐਕਸਪੋਰਟ ਦੇ ਨਾਲੋਂ ਠੀਕ ਹੈ ਤਾਂ ਉਸ ਕੇਸ 'ਚ ਕੀ ਹੈ ਅਗਰ ਆਪਾਂ ਬਾਹਰੋਂ ਸਪੋਜ਼ ਆਪਾਂ USA ਤੋਂ ਕੋਈ ਚੀਜ਼ ਮੰਗਾ ਰਹੇ ਹਾਂ ਕਿਸੇ ਹੋਰ ਕੰਟਰੀ ਤੋਂ ਮੰਗਾ ਰਹੇ ਹਾਂ ਠੀਕ ਹੈ ਤਾਂ ਆਪਾਂ ਨੂੰ ਕੀ ਹੈ ਆਪਾਂ ਨੂੰ ਉਹਨਾਂ ਨੂੰ ਡਾਲਰਸ 'ਚ ਪੇ ਕਰਨਾ ਪਊਗਾ ਤੇ ਆਪਾਂ ਨੂੰ ਪਤਾ ਹੈ ਡਾਲਰ ਦੀ ਜਿਹੜੀ ਕੀਮਤ ਹੈ ਉਹ ਜ਼ਿਆਦਾ ਹੈ ਰੁਪਏ ਨਾਲੋਂ ਠੀਕ ਹੈ ਸੋ ਯਾਨੀ ਕਿ ਆਪਾਂ ਨੂੰ ਚੀਜ਼ ਮਹਿੰਗੀ ਪੈ ਰਹੀ ਹੈ ਅਗਰ ਐਂ ਚੱਲਦਾ ਰਿਹਾ ਜਿਹੜੇ ਆਪਣੇ ਫੋਰੈਕਸ ਰਿਜ਼ਰਵਸ ਹੈ ਠੀਕ ਹੈ ਮਤਲਬ ਜਿਹੜੇ ਆਪਣੇ ਕੋਲ ਫੋਰਨ ਰਿਜ਼ਰਵਸ ਹੈ ਉਹ ਕੀ ਹੋਣਗੇ ਇੱਕ ਟਾਈਮ ਤੱਕ ਖਤਮ ਹੋ ਜਾਣਗੇ ਜਾਂ ਘਟ ਜਾਣਗੇ ਸੋ ਇਹਦੇ ਨਾਲ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਆਉਣ ਦਾ ਖਤਰਾ ਹੁੰਦਾ ਹੈ ਸੋ ਨੈਕਸਟ ਆਪਣੇ ਕੋਲ ਹੈ ਟਵਿਨ ਡੈਫਿਸਿਟ ਅਗਰ ਕੰਟਰੀ ਫੇਸ ਕਰਦੀ ਹੈ ਕਰੰਟ ਅਕਾਊਂਟ ਡੈਫਿਸਿਟ ਤੇ ਫਿਸਕਲ ਡੈਫਿਸਿਟ ਸੇਮ ਟਾਈਮ ਤੇ ਤੁਹਾਨੂੰ ਬੋਲਦੇ ਆ ਟਵਿਨ ਡੈਫਿਸਿਟ ਜਿਹੜੀ ਡੈਫਿਸਿਟ ਹੈ ਇਹ ਰੀਨਫੋਰਸ ਕਰਦੇ ਇੱਕ ਦੂਜੇ ਨੂੰ ਤੇ ਹਾਈ ਫਿਸਕਲ ਡੈਫਿਸਿਟ ਹੈ ਜਿਹੜੀ ਇਹਦੇ ਨਾਲ ਹਾਈ ਕਰੰਟ ਅਕਾਊਂਟ ਡੈਫਿਸਿਟ ਵੀ ਹੋ ਸਕਦੀ ਹੈ ਠੀਕ ਹੈ ਉਹ ਤੋਂ ਬਾਅਦ बैलेंस ऑफ पेमेंट क्राइसिस ऑफ 1991 इन इंडिया बैलेंस ऑफ पेमेंट क्राइसिस कदों होए सी जदों इनसफिशिएंट कैपिटल अकाउंट सरप्लस होवे ते फॉरेन एक्सचेंज रिजर्व होण करंट अकाउंट डेफिसिट लई फाइनेंस करन दे लई इंडिया ने फेस किया बीओपी क्राइसिस 1991 दे विच ठीक है किहड़े फैक्टर्स करके गल्फ वॉर जिन्नाल ऑयल प्राइसिस काफ़ी ज़्यादा इंक्रीज हो गए सी डिसइंटीग्रेशन हो गया सी USSR दा ते इहदे नाल भी इंडिया दी एक्सपोर्ट दे उपर काफ़ी ज़्यादा असर पिया सी ਜਿਹੜੀ ਵੈਲਿਊ ਇੰਡੀਅਨ ਰੁਪਏ ਦੀ ਉਹ ਕਾਫੀ ਜ਼ਿਆਦਾ ਗਿਰ ਗਈ ਸੀ ਤੇ ਰਿਜ਼ਰਵ ਬੈਂਕ ਹੈ ਜਿਹੜਾ ਉਹਨੇ ਹੋਲਡ ਕਰਤੇ ਸੀ ਆਪਣੇ ਫੋਰੈਕਸ ਰਿਜ਼ਰਵ ਤਾਂ ਕਿ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਉਹ ਜ਼ੀਰੋ ਹੋ ਜੇ ਠੀਕ ਹੈ ਜਿਹੜਾ RBI ਹੈ ਉਹਦੇ ਕੋਲ ਇਨਫ ਫੋਰਨ ਰਿਸੋਰਸਿਸ ਨਹੀਂ ਸੀ ਤਾਂ ਇੰਡੀਆ ਨੂੰ 65 ਟਨਸ 골ਡ ਹੈ ਜਿਹੜਾ ਉਹਨੂੰ ਪਲੈਜ ਕਰਨਾ ਪਿਆ ਤਾਂ ਕਿ ਫੋਰਨ ਲੋਨਸ ਹੈ ਜਿਹੜੇ ਉਹ ਮਿਲ ਸਕਣ ਬੈਲੈਂਸ ਆਫ ਪੇਮੈਂਟ ਨੂੰ ਜ਼ੀਰੋ ਬਣਾਉਣ ਦੇ ਲਈ ठीक है इंडिया ने लिबरलाइज की अपनी इकोनॉमी 1991 तो बाद ओके सो वो तो बाद जी सिचुएशन है वो ठीक होनी स्टार्ट हुई ओके वो तो बाद नैक्सट सो देखो नैक्सट टॉपिक है फॉरैक्स रिजर्व का मतलब की है कि एसेट्स जोड़े कि सेंट्रल बैंक को ने सेंट्रल बैंक इंडिया कौन है RBI ठीक है हुण ये जिहड़े एसेट्स हैं ये किहदी फॉर्म च हुंदे आ फॉरन करंसी गोल्ड रिजर्व SDR IMF कोल जिहड़े हुंदे आ ठीक है उस तो बाद जिहड़े फॉरैक्स रिजर्व है फॉरन बैंक नोट्स तो इलावा इन्हां विच फॉरन ट्रैजरी बिल्स
ਫੋਰਨ ਬੈਂਕ ਡਿਪੋਜ਼ਿਟ, ਫੋਰਨ ਗਵਰਨਮੈਂਟ ਸਿਕਿਉਰਿਟੀਜ਼ ਵੀ ਇਨਕਲੂਡ ਹੈ। ਫੋਰੈਕਸ ਰਿਜ਼ਰਵ ਹੈ ਜਿਹੜੇ ਉਹ ਪ੍ਰੋਵਾਈਡ ਕਰਦੇ ਆ ਬਫਰ ਤੇ ਐਕਟ ਕਰਦੇ ਆ ਐਜ਼ ਹੈਜਿੰਗ ਅਗੇਂਸਟ ਚੈਲੰਜਿੰਗ ਐਂਡ ਡਿਫਿਕਲਟ ਟਾਈਮਸ। These are used for backing the liabilities on their own currencies and also influence the monetary policy. Foreign currencies which are held as forex reserve, ਇਹਦੇ ਵਿੱਚ ਕਿਹੜੇ foreign currencies ਹੈ? US dollar, euro, British pound, sterling, Japanese yen and Chinese yuan। ਇੱਕ ਵਾਰ ਪੇਪਰ 'ਚ ਪੁੱਛਿਆ ਗਿਆ ਸੀ ਕਿ ਕਿਹੜੀ ਜਿਹੜੀ currencies ਉਹ included ਹੈ in forex reserve, ਠੀਕ ਹੈ, ਸੋ ਯਾਦ ਰੱਖਿਓ। ਉਹ ਤੋਂ ਬਾਅਦ ਇੰਡੀਆ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਉਹਦੇ ਕਿਹੜੇ ਕੰਪੋਨੈਂਟ ਹੈ? ਫੋਰਨ ਕਰੰਸੀ ਐਸੈਟਸ, ਸਪੈਸ਼ਲ ਡਰਾਇੰਗ ਰਾਈਟਸ ਵਿਦ IMF, ਗੋਲਡ ਰਿਜ਼ਰਵ, ਬੈਂਕ ਰਿਜ਼ਰਵ ਆਫ ਇੰਡੀਆ, ਰਿਜ਼ਰਵ ਪੋਜੀਸ਼ਨ ਵਿਦ IMF। ਓਕੇ, ਉਹ ਤੋਂ ਬਾਅਦ ਆ ਵੀ ਇੰਪੋਰਟੈਂਟ ਹੈ ਕਿ ਕਿਹਦੀ ਫਾਰਮ ਦੇ ਵਿੱਚ ਫੋਰੈਕਸ ਰਿਜ਼ਰਵ ਹੋ ਸਕਦੇ ਨੇ। ਅਗਰ ਆਪਾਂ ਗੱਲ ਕਰੀਏ ਐਟ ਪ੍ਰੈਜ਼ੈਂਟ ਤਾਂ ਇੰਡੀਆ ਕੋਲ ਕਿੰਨੇ ਫੋਰਨ ਰਿਜ਼ਰਵ ਹੈ? ਟੋਟਲ 640.4 ਬਿਲੀਅਨ ਡਾਲਰਸ, ਠੀਕ ਹੈ, ਜਿਹਨੂੰ ਆਪਾਂ USD ਲਿਖਦੇ ਹਾਂ, US ਡਾਲਰਸ। ਓਕੇ, ਸੋ ਇੰਡੀਆ ਕੋਲ ਇੰਨੇ ਫੋਰੈਕਸ ਰਿਜ਼ਰਵ ਹੈ ਐਟ ਪ੍ਰੈਜ਼ੈਂਟ ਤੇ ਇੰਡੀਆ 4th ਲਾਰਜੈਸਟ ਨੰਬਰ ਤੇ ਹੈ, ਠੀਕ ਹੈ, ਇਨ ਟਰਮਸ ਆਫ ਫੋਰੈਕਸ ਰਿਜ਼ਰਵ। ਸੋ ਦੈਟਸ ਆਲ ਫॉर ਟੂਡੇ। ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।